ਮਿੰਟੂ ਜੀ, ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਅੱਜ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਕਿਸੇ ਤਾਰੂਫ ਦੇ ਤੁਸੀਂ ਮੁਹਤਾਜ ਨਹੀਂ ਹੋ। ਤੁਸੀਂ ਆਪਣੇ ਕੰਮਕਾਜ ਦੇ ਸਿਰ 'ਤੇ ਆਪਣੀ ਜ਼ਿੰਦਗੀ ਨੂੰ ਜਿਸ ਹਿਸਾਬ ਨਾਲ ਤੁਸੀਂ ਟਰਨ ਅਰਾਊਂਡ ਕੀਤਾ, ਉਹ ਤੁਸੀਂ ਇੱਕ ਬਹੁਤ ਵਧੀਆ ਮਿਸਾਲ, ਲੋਕਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਵੀ ਬਣਿਆ। ਅਤੇ ਜਿਸ ਹਿਸਾਬ ਨਾਲ ਤੁਸੀਂ ਹੁਣ ਬੀਤੇ ਸਮੇਂ ਤੋਂ ਖਬਰਾਂ ਦੇ ਉੱਪਰ ਤਬਸਰਾ ਕਰ ਰਹੇ ਹੋ, ਉਹਦੇ ਉੱਪਰ ਟਿੱਪਣੀ ਅਤੇ ਉਹ ਜਿਹੜੇ ਪੂਰੇ ਜਾਣਕਾਰੀ ਦੇ ਨਾਲ ਤੱਥਾਂ ਦੇ ਆਧਾਰ 'ਤੇ ਗੱਲਬਾਤ ਕਰਦੇ ਆਏ ਹੋ, ਅਤੇ ਸਾਨੂੰ ਖੁਸ਼ੀ ਹੈ ਕਿ ਹੁਣ ਕਨੈਕਟ FM 'ਤੇ ਤੁਹਾਡੇ ਨਾਲ ਰੋਜ਼ਾਨਾ ਇਸ ਸੈਗਮੈਂਟ ਰਾਹੀਂ ਖਬਰਾਂ ਦੀ ਸਾਂਝ ਪਿਆ ਕਰੇਗੀ ਜੀ। ਮਿੰਟੂ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਭਾਰਤ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਅਸ਼ੋਕ ਥੰਮ ਦੇ ਸ਼ੇਰ ਬਦਲ ਦਿੱਤੇ ਗਏ ਨੇ। ਜਿਹੜਾ ਅਸੀਂ ਜਿਹੜੇ ਅਸ਼ੋਕਾ ਵਾਲੇ ਜਿਹੜੇ ਪਿਲਰਸ ਸਕੂਲਾਂ ਦੇ ਵਿੱਚ ਵੀ ਪੜ੍ਹਾਏ ਜਾਂਦੇ ਸੀ, ਜਿਹੜਾ ਇੱਕ ਇੰਡੀਆ ਦੇ ਐਂਬਲਮ ਵਜੋਂ ਵੀ ਉਹਨੂੰ ਯੂਜ਼ ਕੀਤਾ ਜਾਂਦਾ, ਉਹਦੇ ਥੰਮ ਬਦਲ ਦਿੱਤੇ ਗਏ ਨੇ ਜੀ। ਹਾਂ ਬਿਲਕੁਲ ਜੀ, ਤੁਹਾਨੂੰ ਪਤਾ ਹੀ ਹੈ ਕਿ ਇੱਥੇ ਸੰਸਦ ਭਵਨ ਨਵਾਂ ਬਣ ਰਿਹਾ ਹੈ ਔਰ ਕਮਾਲ ਦੀ ਗੱਲ ਹੈ ਕਿ ਕੋਵਿਡ ਦੇ ਦੌਰਾਨ ਬਣ ਰਿਹਾ ਸੀਗਾ। ਜਦੋਂ ਲੋਕਾਂ ਦੇ ਚੁੱਲ੍ਹਿਆਂ ਤੇ ਬਣ ਆਈ ਸੀਗੀ, ਉਦੋਂ ਇਹ ਸੈਂਟਰਲ ਵਿਸਟਾ ਪ੍ਰੋਜੈਕਟ ਜਿਹੜਾ ਤਕਰੀਬਨ 20,000 ਕਰੋੜ ਦਾ ਹੈ, ਉਹ ਨੇਪਰੇ ਚੜਾਇਆ ਜਾ ਰਿਹਾ ਸੀ। ਖੁਦ ਪ੍ਰਧਾਨ ਸੇਵਕ, ਜਿਨ੍ਹਾਂ ਨੂੰ ਪ੍ਰਧਾਨ ਸੇਵਕ ਪਿਆਰ ਨਾਲ ਕਿਹਾ ਜਾਂਦਾ ਹੈ, ਉਹ ਪ੍ਰਧਾਨ ਮੰਤਰੀ ਨੇ, ਤਾਂ ਉਹ ਇੱਕ ਵਾਰੀ ਰਾਤ ਨੂੰ ਵੀ ਗਏ ਸੀਗੇ। ਫੋਟੋਗ੍ਰਾਫਰ ਉੱਥੇ ਪਹਿਲਾਂ ਹੀ ਮੌਜੂਦ ਸੀਗੇ। ਤਾਂ ਉਹ ਹੁਣ ਕੀ ਹੈ ਕਿ ਉਹਦੇ ਵਿੱਚ ਇਹਨਾਂ ਨੇ ਉਹ ਅਸ਼ੋਕ ਚੱਕਰ, ਜਿੱਦਾਂ ਆਪਾਂ ਸਤੰਭ ਕਹਿ ਦਿੰਦੇ ਹਿੰਦੀ 'ਚ ਉਹਨੂੰ ਜੀ, ਤਾਂ ਉਹ ਜਿਹੜਾ ਇਹਨਾਂ ਨੇ ਉਦਘਾਟਨ ਕੀਤਾ, ਮੇਰੇ ਖਿਆਲ ਦੇ ਨਾਲ ਉਹ ਬ੍ਰੌਂਜ਼ ਦਾ ਬਣਿਆ, 6.5 ਮੀਟਰ ਲੰਬਾ ਹੈ, 9500 ਕਿਲੋ ਵਜ਼ਨ ਹੀ ਹੈ। ਤਾਂ ਇਹਦੇ ਵਿੱਚ ਜਦੋਂ ਇਹਨਾਂ ਨੇ ਸਟਰਕਚਰ ਤੋਂ ਮਤਲਬ ਕਿ ਸਾਰਾ ਪਰਦਾ ਹਟਾਇਆ, ਤਾਂ ਉਹਦੇ 'ਚ ਜਿਹੜੀ ਸ਼ੇਰ ਦੀ ਬਣਤਰ ਹੈ, ਦਰਅਸਲ ਗੱਲ ਕੀ ਹੈ ਵਿਜੇ ਜੀ, ਜਿਹੜਾ ਅਸ਼ੋਕ ਸਤੰਭ ਹੈ ਨਾ, ਇਹਦੀ ਆਪਣੀ ਇੱਕ ਹਿਸਟਰੀ ਹੈ। ਅਸੀਂ ਪੜ੍ਹਿਆ ਹੋਏਗਾ ਛੋਟੇ ਹੁੰਦੇ ਆ, ਪਰ ਕਈ ਵਾਰ ਅਸੀਂ ਉਹ ਚੀਜ਼ਾਂ ਨੂੰ ਵਿਸਰ ਜਾਂਦੇ ਹਾਂ ਅੱਗੇ ਜਾ ਕੇ। ਦਰਅਸਲ ਇਹ ਅਸ਼ੋਕ ਦੇ ਨਾਲ ਜੁੜਿਆ ਹੈ। ਜਿਹੜਾ ਅਸ਼ੋਕ ਕਹਿ ਲਓ ਕਿ ਮੌਰਿਆ ਸਾਮਰਾਜ ਦਾ ਤੀਸਰਾ ਰਾਜਾ ਸੀਗਾ, ਜਿਸ ਵੇਲੇ ਉਸਨੇ ਮਤਲਬ ਕਿ ਆਪਣਾ ਰਾਜ ਭਾਗ ਸਾਰਾ ਛੱਡ ਦਿੱਤਾ, ਤਿਆਗ ਕਰ ਦਿੱਤਾ, ਹਥਿਆਰ ਛੱਡ ਦਿੱਤੇ। ਵੈਸੇ ਵਿਚਾਰ ਹਥਿਆਰ ਚੁਕਾ ਦਿੰਦੇ ਆ, ਹਥਿਆਰ ਸਟਾ ਵੀ ਦਿੰਦੇ ਆ। ਉਸ ਤੋਂ ਬਾਅਦ ਜਦੋਂ ਉਹਨੇ ਧਰਮ ਪ੍ਰਚਾਰ ਕੀਤਾ, ਬੌਧ ਧਰਮ ਪ੍ਰਚਾਰ ਕੀਤਾ, ਤਾਂ ਉਸ ਦਰਮਿਆਨ ਉਹਨੇ 3 ਸਾਲਾਂ 'ਚ ਤਕਰੀਬਨ 84,000 ਸਤੂਪਾਂ ਦਾ ਨਿਰਮਾਣ ਕਰਵਾਇਆ ਸੀਗਾ। ਤਾਂ ਜਿਹਦੇ ਵਿੱਚ ਸਾਰਨਾਥ ਦਾ ਅਸ਼ੋਕ ਸਤੰਭ ਵੀ ਸ਼ਾਮਲ ਸੀਗਾ, ਜਿੱਥੋਂ ਤਕਰੀਬਨ ਕਹਿ ਲਓ ਕਿ ਸ਼ੁਰੂਆਤ ਹੁੰਦੀ ਹੈ। ਜਿਹੜਾ ਅੱਗੇ ਜਾ ਕੇ ਸਾਡਾ ਅਸ਼ੋਕ ਚੱਕਰ ਤੇ ਜਾਂ ਜਿੱਦਾਂ ਸਾਰਾ ਸਟਰਕਚਰ ਜਿਹੜਾ ਉਹ ਬਣਦਾ, ਉਹ ਉੱਥੋਂ ਲਿਆ ਗਿਆ ਹੈ। ਤਾਂ ਇਹਦੇ ਵਿੱਚ 4 ਸ਼ੇਰ ਨੇ। ਤੇ ਵੈਸੇ ਵੀ ਜੇ ਤੁਸੀਂ ਦੇਖੋਗੇ, ਥੋੜ੍ਹਾ ਜਿਹਾ ਜੇ ਬੁੱਧ ਧਰਮ ਦਾ ਕਿਸੇ ਨੂੰ ਗਿਆਨ ਹੋਏਗਾ, ਉਹ ਲਾਜ਼ਮੀ ਤੌਰ 'ਤੇ ਜਾਣਦਾ ਹੋਏਗਾ ਕਿ ਅਸਲ ਦੇ ਵਿੱਚ ਬੁੱਧ ਧਰਮ ਦੇ ਉਪਦੇਸ਼ ਦੇ ਵਿੱਚ ਜੇ ਇੱਕ ਪਰਿਭਾਸ਼ਾ ਵੇਖੋਗੇ ਤਾਂ ਉਹ ਹੈ ਸਿੰਘ ਗਰਜਨਾ, ਯਾਨੀ ਸ਼ੇਰ ਦੀ ਗਰਜ ਜੀ। ਇਸ ਕਰਕੇ ਸ਼ੇਰ ਦਾ ਪ੍ਰਭਾਵ ਹੈ। ਤਾਂ ਇਹ ਮਤਲਬ ਕਿ ਕੁਛ ਨਾਮ ਵੀ ਨੇ, ਜੇ ਤੁਸੀਂ ਉਹ ਦੇਖਣੇ ਹੋਣ, ਸ਼ਾਕਿਆ ਸਿੰਘ, ਨਰ ਸਿੰਘ, ਇਹ ਸਾਰੇ ਉੱਧਰੋਂ ਆਉਂਦੇ, ਕਿਉਂਕਿ ਬੁੱਧ ਦੇ 100 ਨਾਮ ਦੱਸੇ ਜਾਂਦੇ ਨੇ। ਸੋ ਇਸ ਕਰਕੇ ਇਹਦੀ ਇੱਕ ਹਿਸਟਰੀ ਆ ਆਪਣੇ ਆਪ ਦੇ ਵਿੱਚ। ਸੋ ਜਦੋਂ ਅਡਾਪਟ ਕਰ ਲਿਆ, ਉਸ ਤੋਂ ਬਾਅਦ ਹੁਣ ਤੁਹਾਨੂੰ ਪਤਾ ਹੀ ਆ ਕਿ 14 ਤੋਂ ਬਾਅਦ ਇੰਡੀਆ ਥੋੜ੍ਹਾ ਬਦਲ ਗਿਆ ਨਾ, ਡਿਜੀਟਲ ਇੰਡੀਆ ਹੋ ਗਿਆ। ਤਾਂ ਹੁਣ ਬਹੁਤ ਸਾਰੀਆਂ ਚੀਜ਼ਾਂ ਵੀ ਬਦਲ ਰਹੀਆਂ ਨੇ। ਇਹ ਤੇ ਐਲਾਨੀਆਂ ਕਹਿੰਦੇ ਨੇ ਕਿ ਅਸੀਂ ਆਪਣੀ ਹਿਸਟਰੀ ਵੀ ਥੋੜ੍ਹੀ ਬਦਲਾਂਗੇ। ਹੁਣ ਥੋੜ੍ਹੀ ਕਿਉਂ, ਜਿਵੇਂ ਥੋੜਾ ਹੱਸਣਾ ਜ਼ਰੂਰ ਚਾਹੀਦਾ, ਤੇ ਇਹ ਹੁਣ ਕਹਿੰਦੇ ਕਿ ਥੋੜਾ ਇਤਿਹਾਸ ਨੂੰ ਧੱਕਣਾ ਜ਼ਰੂਰ ਚਾਹੀਦਾ। ਸੋ ਇਸ ਕਰਕੇ ਥੋੜਾ ਹਿਸਟਰੀ ਦਾ ਵੀ ਹਿਸਾਬ ਕਿਤਾਬ ਹੋਏਗਾ। ਸੋ ਇਸ ਕਰਕੇ ਹੁਣ ਇੱਕ ਬਹਿਸ ਚੜ ਗਈ ਆ, ਜਿਵੇਂ ਹੀ ਉਹਦੇ ਤੋਂ ਪਰਦਾ ਹਟਾਇਆ ਗਿਆ। ਪਹਿਲਾਂ ਤਾਂ ਸ਼ੇਰ ਸੀ ਬੜਾ ਸ਼ਾਲੀਨ ਤਰੀਕੇ ਨਾਲ ਖੜਿਆ, ਮਤਲਬ ਕਿ ਰਾਜਾ, ਪਰ ਉਹਦੇ 'ਚ ਸ਼ਾਲੀਨਤਾ ਹੈ। ਤੁਸੀਂ ਗੌਰ ਨਾਲ ਦੇਖੋਗੇ ਵਿਜੇ ਜੀ, ਤਾਂ ਉਹ ਜਿਹੜੇ ਆਉਂਦੇ ਸਤੰਭ ਦੇ ਉੱਤੇ ਸ਼ੇਰ ਆਉਂਦੇ ਆ ਸਰਕਾਰੀ ਮੋਹਰਾਂ 'ਚ, ਜਿਹਦਾ ਇਸਤੇਮਾਲ ਹੁੰਦਾ ਹੈ, ਤਾਂ ਉਹ ਕੀ ਹੈ ਕਿ ਸ਼ੇਰ ਬਹੁਤ ਸ਼ਾਲੀਨ ਤਰੀਕੇ ਨਾਲ ਖਲੋਤੇ ਆ। ਸ਼ਾਇਦ ਵਿਚਾਰੇ ਉਹ ਘਰ-ਬਾਰ ਵਾਲੇ ਹੋਣਗੇ, ਕਬੀਲਦਾਰ ਹੋਣਗੇ, ਚਿੰਤਾਵਾਂ ਹੁੰਦੀਆਂ ਨੇ ਕਿ ਰਾਜ ਭਾਗ ਦੀ ਵੀ ਚਿੰਤਾ ਹੁੰਦੀ ਹੈ। ਪਰ ਦੂਸਰੇ ਪਾਸੇ ਜਿਹੜੇ ਮੋਦੀ ਜੀ ਕਾਲ ਦੇ ਸ਼ੇਰ ਆ, ਉਹ ਦਹਾੜ ਰਹੇ ਆ, ਦੰਦ ਦਿਖਾ ਰਿਹਾ, ਪਾੜ ਨੂੰ ਫਿਰਦੇ ਆ। ਸੋ ਇਹ ਕਿਤੇ ਨਾ ਕਿਤੇ ਇਸ ਵੇਲੇ ਇੱਕ ਨਵੀਂ ਕੰਟਰੋਵਰਸੀ ਆ ਕਿ ਜਿਹੜੇ ਸ਼ੇਰ ਦਹਾੜਦੇ ਨੇ, ਅਸਲ ਦੇ ਵਿੱਚ ਜੋ ਉਹਨਾਂ ਦੇ ਵਿੱਚ ਸੈਂਸੀਅਰਿਟੀ ਹੈ ਜਾਂ ਜੋ ਉਹਨਾਂ ਦੇ ਵਿੱਚ ਸ਼ਾਲੀਨਤਾ ਹੈ, ਇਹ ਸਾਰਾ ਕੁਛ ਉਹਦੇ ਤੋਂ ਬਦਲ ਦਿੱਤਾ ਗਿਆ। ਸੋ ਇਸੇ ਕਰਕੇ ਕੁਛ ਰਾਜ ਸਭਾ ਦੇ ਮੈਂਬਰ, ਕੁਛ ਕਹਿ ਲਓ ਕਿ ਹੋਰ ਬੁੱਧੀਜੀਵੀ ਜਿਹੜੇ ਆ, ਉਹ ਇਹਦੇ ਤੇ ਸਵਾਲ ਚੁੱਕ ਰਹੇ, ਔਰ ਇਹ ਮੇਰੇ ਖਿਆਲ ਦੇ ਨਾਲ ਕੰਟਰੋਵਰਸੀ ਅੱਗੇ ਵੀ ਚੱਲੇਗੀ ਜੀ। ਅਤੇ ਮਿੰਟੂ ਜੀ, ਇਹ ਦੱਸਿਓ, ਜਿਹੜੇ ਪੰਜਾਬ ਦੀ ਨਵੀਂ ਬਣੀ ਸਰਕਾਰ ਦੇ ਵਿੱਚ ਜਿਨ੍ਹਾਂ ਨੂੰ ਸਿਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ, ਵਿਜੇ ਸਿੰਗਲਾ, ਫਿਰ ਕਰਪਸ਼ਨ ਦੇ ਦੋਸ਼ਾਂ ਤਹਿਤ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ, ਫਿਰ ਜੇਲ੍ਹ ਗਏ। ਪਿਛਲੇ ਹਫ਼ਤੇ ਅਦਾਲਤ ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਹੁਣ ਜੇਲ੍ਹ ਤੋਂ ਬਾਹਰ ਆ ਗਏ ਨੇ, ਅਤੇ ਬਾਹਰ ਆ ਕੇ ਵਿਜੇ ਸਿੰਗਲਾ ਕੀ ਆਖ ਰਹੇ ਨੇ ਜੀ?
ਹਾਂ ਜੀ ਦੇਖੋ, ਇਹ ਪਹਿਲਾ ਉਹਨਾਂ ਦਾ ਕਹਿ ਲਓ ਕਿ ਪਬਲਿਕ ਦੇ ਵਿੱਚ ਸੰਬੋਧਨ ਸੀ ਜਿਹੜਾ ਅੱਜ ਕੀਤਾ ਉਹਨਾਂ ਨੇ। ਵੈਸੇ ਢਿੱਡ ਹੌਲਾ ਹੀ ਕੀਤਾ ਕਹਿ ਸਕਦੇ ਹੋ ਤੁਸੀਂ, ਕਿ ਜਦੋਂ ਬੰਦਾ ਜੇਲ੍ਹ ਚ ਆਉਂਦਾ ਨਾ, ਪਹਿਲੇ 2-3 ਦਿਨ ਤੇ ਆਵਾਜ਼ਾਂ ਹੀ ਪੈਂਦੀਆਂ ਰਹਿੰਦੀਆਂ, ਵਿਜੇ ਜੀ ਬੰਦੀ ਆ ਗਈ ਆ, ਰੋਟੀ ਲੈ ਲਓ, ਚਾਹ ਲੈ ਲਓ। 2-3 ਦਿਨਾਂ ਬਾਅਦ ਸੂਤ ਆਉਂਦਾ, ਬੰਦੇ ਨੂੰ ਲੱਗਦਾ ਕਿ ਮੈਂ ਵਾਕਈ ਘਰ ਪਹੁੰਚ ਗਿਆ ਯਾਰ ਜੀ। ਸੋ ਉਸ ਤੋਂ ਬਾਅਦ ਫੇਰ ਬੰਦਾ ਢਿੱਡ ਹੌਲਾ ਕਰਦਾ, ਸੰਗੀਆਂ ਸਾਥੀਆਂ ਕੋਲ ਜਾਂਦਾ, ਰਿਸ਼ਤੇਦਾਰਾਂ ਕੋਲ ਜਾਂਦਾ। ਤਾਂ ਇਸ ਤਰ੍ਹਾਂ ਵਿਜੇ ਸਿੰਗਲਾ ਜੀ ਵੀ ਆਪਣਿਆਂ ਦੇ ਕੋਲ ਗਏ ਨੇ। ਆਪਣਿਆਂ ਦੇ ਕੋਲ ਮਤਲਬ ਕਿ ਜਿਹੜਾ ਉਹਨਾਂ ਦਾ ਆਫਿਸ ਚੱਲ ਰਿਹਾ ਸੀਗਾ ਮਾਨਸਾ ਦੇ ਵਿੱਚ, ਉੱਥੇ ਜਾ ਕੇ ਉਹਨਾਂ ਨੇ ਐਡਰੈਸ ਕੀਤਾ। ਕੁਛ ਲੋਕ ਉੱਥੇ ਇਕੱਠੇ ਹੋਏ ਸੀ, ਉਹਨਾਂ ਨੇ ਕਿਹਾ ਕਿ ਕੋਈ ਸਾਬਤ ਕਰ ਦੇਵੇ ਕਿ 1 ਰੁਪਈਆ ਵੀ ਲਿਆ ਮੈਂ ਕਿਸੇ ਤੋਂ, ਕਿਉਂਕਿ 1% ਵਾਲਾ ਚੱਲਦਾ ਪਿਆ ਸੀਗਾ ਨਾ। ਵੈਸੇ ਸਿੱਧੂ ਸਾਹਿਬ ਨੇ 25-75 ਵਾਲਾ ਚਲਾਇਆ ਹੋਇਆ ਸੀਗਾ, ਸਾਰਿਆਂ ਦੀ ਆਪਣੀ ਆਪਣੀ ਰੇਸ਼ੋ ਹੈ ਉਰੇ। ਤਾਂ ਉਹ ਕਹਿੰਦੇ ਆ ਕਿ ਜੇ 1 ਰੁਪਈਆ ਵੀ ਲਿਆ ਹੋਵੇ ਤੇ ਆਪਾਂ ਦੇਣਦਾਰ ਹੈਗੇ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਆ ਵਿਜੇ ਜੀ। ਇਹਦੇ ਵਿੱਚ ਕੀ ਆ ਕਿ ਜੇ ਆਪਾਂ ਦੇਖੀਏ ਤੇ ਇਹਨਾਂ ਨੂੰ ਕਿਸੇ ਸੈਂਟਰਲ ਏਜੰਸੀ ਨੇ ਨਹੀਂ ਫੜਿਆ, ਜਾਂ ਇਹਨਾਂ ਨੂੰ ਕਿਸੇ ਨੇ ਕੋਈ ਨਿੱਜੀ ਜਸੂਸ ਹਾਇਰ ਕਰਕੇ ਗੋਪੀ ਚੰਦ ਜਸੂਸ ਪਿੱਛੇ ਲਾ ਕੇ ਨਹੀਂ ਫੜਿਆ। ਫੜਿਆ ਕਿਹਨਾਂ ਨੇ ਆ? ਫੜਿਆ ਖੁਦ ਦੀ ਪਾਰਟੀ ਨੇ, ਜਿਹਦੇ ਬਾਰੇ ਉਹ ਕਹਿ ਰਹੇ ਨੇ ਕਿ ਆਪਾਂ ਬਾਈ ਆਪਣੀ ਪਾਰਟੀ ਦੇ ਸੱਚੇ ਤੇ ਵਫਾਦਾਰ ਸਿਪਾਹੀ ਆ, 1 ਇੰਚ ਵੀ ਪਾਸੇ ਨਹੀਂ ਹਟਣਾ, ਪਰ ਇਮਾਨਦਾਰੀ ਤੇ ਆਪਣੀ ਤੇ ਭਰੋਸਾ ਰੱਖਿਓ। ਸੋ ਗੱਲ ਇਹ ਆ ਕਿ ਹੁਣ ਜੇ ਇਹ ਇੰਨਾ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਆ, ਢੇਲੇ ਇੱਕ ਦਾ ਮੈਂ ਰਵਾਦਾਰ ਨਹੀਂ ਆ, ਤੇ ਫਿਰ ਫਸਾ ਕਿਸ ਨੇ ਦਿੱਤਾ? ਵੱਡੀ ਗੱਲ ਇਹ ਆ, ਫਸਾ ਕਿਸ ਨੇ ਦਿੱਤਾ? ਇਹਦੇ ਵਿੱਚ ਹੁਣ ਸਮਝ ਤੋਂ ਪਰੇ ਦੀ ਗੱਲ ਆ, ਕਿਉਂਕਿ ਕੱਲ ਨੂੰ ਹੋ ਸਕਦਾ ਕੋਈ ਗੱਲ ਹੋਰ ਨਿਕਲ ਆਵੇ। ਸੁੱਚਾ ਸਿੰਘ ਛੋਟੇਪੁਰ ਦਾ ਤੁਹਾਨੂੰ ਪਤਾ ਹੀ ਹੈ, ਇਸ ਤਰ੍ਹਾਂ ਦਾ ਮਿਸਾਲ ਦਿੱਤਾ ਜਾਂਦਾ ਹੈ। ਉਹ ਅੱਜ ਵੀ ਜਦੋਂ ਕਿਤੇ ਬੁੱਢੀ ਉਮਰ ਇਕੱਲਾ ਬੈਠਾ ਹੋਵੇ, ਕਹਿੰਦਾ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਉਹ ਜਿਹੜਾ ਸਟਿੰਗ ਸੀਗਾ ਉਹ ਪਤਾ ਹੀ ਨਹੀਂ ਅੱਜ ਕੱਲ ਕਿੱਥੇ ਚਲੇ ਗਿਆ। ਤਾਂ ਖੈਰ ਇਹ ਹੁਣ ਪਤਾ ਨਹੀਂ ਹੈ ਕਿ ਕਿੱਥੇ ਕਾਣ ਕੰਜ ਹੈਗੀ ਆ। ਪਰ ਜੇ ਤੁਸੀਂ ਜ਼ਮਾਨਤ ਦੀ ਹੀਅਰਿੰਗ ਦੇਖੋਗੇ, ਹਾਲਾਂਕਿ ਉਹਨੂੰ ਆਪਾਂ ਟੀਵੀ ਤੇ ਨਹੀਂ ਦੇਖ ਸਕਦੇ, ਜਦੋਂ ਤੁਸੀਂ ਉਹਨੂੰ ਪੜ੍ਹੋਗੇ ਵੱਖ-ਵੱਖ ਮੀਡੀਆ ਦੇ ਜੋ ਵੀ ਕਵਰ ਕਰਦੇ ਨੇ ਪੱਤਰਕਾਰ, ਜਦ ਤੁਸੀਂ ਉਹਦੇ ਸਾਰੇ ਤੱਥ ਇਕੱਠੇ ਕਰੋਗੇ ਤਾਂ ਉਹਦੇ ਵਿੱਚ 1-2 ਚੀਜ਼ਾਂ ਬੜੀਆਂ ਧਿਆਨਯੋਗ ਨੇ। ਇੱਕ ਤੇ ਇਹ ਆ ਕਿ ਸਾਡੇ ਜਿਹੜੇ ਸਰਕਾਰ ਦੇ ਨੁਮਾਇੰਦੇ ਸੀ, ਕਾਨੂੰਨੀ ਨੁਮਾਇੰਦੇ, ਇਹਨਾਂ ਨੇ ਉੱਥੇ ਜਾ ਕੇ ਜ਼ਮਾਨਤ ਅਪੋਜ਼ ਨਹੀਂ ਕੀਤੀ। ਸੈਕੰਡ ਚੀਜ਼ ਕਿ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਨਾ ਤੇ ਕੋਈ ਠੋਸ ਸਬੂਤ ਆ ਤੇ ਨਾ ਹੀ ਤੁਸੀਂ ਇਹਦੀ ਜ਼ਮਾਨਤ ਦਾ ਵਿਰੋਧ ਕਰ ਰਹੇ ਹੋ, ਤਾਂ ਫਿਰ ਜ਼ਮਾਨਤ ਤੇ ਹਾਸਲ ਹੋ ਜਾਣੀ ਸੀ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਤਥਾਤਮਕ ਤੌਰ ਤੇ ਆਪਾਂ ਦੇਖਦੇ ਹਾਂ, ਜੇ ਇਹਨਾਂ ਦੀ ਰੌਸ਼ਨੀ 'ਚ ਵੇਖੀਏ ਤੇ ਲੱਗਦਾ ਹੈ ਕਿ ਮਾਮਲਾ ਜਿਹੜਾ ਉਹ ਸਿੰਗਲਾ ਵੱਲ ਝੁਕਦਾ ਨਜ਼ਰ ਆ ਰਿਹਾ ਹੈ, ਝੁਕਦਾ ਨਜ਼ਰ ਆ ਰਿਹਾ। ਕਿਉਂਕਿ ਜੇ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦੀਆਂ ਸੁਣਵਾਈ ਦੇ ਦੌਰਾਨ ਗੱਲਾਂ ਨਿਕਲਦੀਆਂ ਜੋ ਤਥਾਤਮਕ ਤੌਰ ਤੇ ਤਵੱਜੋ ਮੰਗਦੀਆਂ ਔਰ ਵੱਖਰੀ ਕਿਸਮ ਦੀਆਂ ਦਾਅਵਿਆਂ ਤੋਂ ਉਲਟ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੇਸ ਇੱਕ ਵੱਖਰੀ ਦਿਸ਼ਾ ਅਖਤਿਆਰ ਕਰ ਸਕਦਾ। ਬਾਕੀ ਬਈ ਇਹਨਾਂ ਦਾ ਕੀ ਘਾਲਾ ਵਾਲਾ ਆਪਾਂ ਨਹੀਂ ਕਹਿ ਸਕਦੇ ਕਿਹੜਾ ਨੁਕਸਦਾਰ ਆ, ਕਿਹੜਾ ਸੱਚਾ ਹੈ, ਕਿਉਂਕਿ ਬਹੁਤ ਕੁਝ ਚੱਲਦਾ ਪੋਲਿਟਿਕਸ ਦੇ ਵਿੱਚ। ਹੁਣ ਗੱਲ ਉਹ ਆ ਕਿ ਪੰਜਾਬੀ ਦੇ ਵਿੱਚ ਨਾ ਇੱਕ ਕਹਾਵਤ ਆ ਕਿ ਤੂੰ ਕਿਉਂ ਰੋਨੀ ਹੈ ਰੰਗੜ ਦੀਏ ਮਾਏ, ਤੂੰ ਕਿਉਂ ਰੋਨੀ ਹੈ ਰੰਗੜ ਦੀਏ ਮਾਏ, ਰੋਣਗੇ ਉਹ ਜਿਨ੍ਹਾਂ ਲੜ ਲਾਏ। ਬਾਈ ਹੁਣ ਜਿਨ੍ਹਾਂ ਨੇ ਚੁਣੇ ਆ ਉਹਨਾਂ ਨੇ ਵੇਖਣਾ ਆ ਕਿ ਇਹ ਬਾਈ ਸੱਚੇ ਕੌਣ ਆ ਤੇ ਕੱਚੇ ਕੌਣ ਆ, ਪੱਕੇ ਕੌਣ ਆ, ਤੇ ਜਾਂ ਫਿਰ ਹੁਣ ਜਿਹੜੇ ਵੱਜਦੇ ਧੱਕੇ ਉਹ ਕੌਣ ਆ। ਜੀ ਅੱਛਾ ਮਿੰਟੂ ਜੀ, ਇਹ ਦੱਸੋ ਇੱਕ ਨਵਾਂ ਐਲਾਨ ਕੀਤਾ ਗਿਆ ਅੱਜ ਕਿ ਆਰਸੀ ਦਾ ਕੰਮ ਆਸਾਨ ਹੋਏਗਾ, ਪਰ ਵਿਰੋਧੀਆਂ ਦਾ ਕਹਿਣਾ ਕਿ ਇਹਦੇ ਵਿੱਚ ਨਵੀਂ ਗੱਲ ਕੋਈ ਹੈ ਹੀ ਨਹੀਂ, ਵੀ ਇਹ ਤਾਂ ਨਵੀਂ ਬੋਤਲ ਆ ਪਰ ਸਮਾਨ ਪੁਰਾਣਾ ਹੀ ਆ। ਕੀ ਵੇਰਵਾ ਜੀ? ਨਹੀਂ, ਇਹ ਸਭ ਤੋਂ ਪਹਿਲਾਂ ਤਾਂ ਵਿਜੇ ਜੀ ਆਪਾਂ ਆਰਸੀ ਨੂੰ ਐਕਸਪਲੇਨ ਕਰ ਦਈਏ। ਆਰਸੀ ਨੂੰ ਕੋਈ ਪੰਜਾਬੀ ਹੋਰ ਤਰੀਕੇ ਨਾਲ ਵੀ ਲੈ ਲੈਂਦੇ ਨੇ। ਇੱਕ ਤੇ ਦਾਰੂ ਦਾ ਨਾਮ ਵੀ ਹੈ, ਬ੍ਰਾਂਡ ਹੈ ਨਾ ਆਰਸੀ। ਅੱਛਾ ਜੀ। ਇੱਕ ਅੱਜ ਕੱਲ ਰਾਘਵ ਚੱਡਾ ਵੀ ਹੈ ਨਾ, ਉਹਨੂੰ ਵੀ ਪਿਆਰ ਨਾਲ ਲੋਕ ਆਰਸੀ ਕਹਿੰਦੇ ਨੇ, ਉਹ ਵੀ ਬੜਾ ਚਰਚਾ ਦਾ ਵਿਸ਼ਾ ਹੈ। ਸੋ ਇਸ ਕਰਕੇ ਇਹ ਜਿਹੜੀ ਆਰਸੀ ਆ, ਇਹ ਉਹ ਆ ਜਿਹੜੀ ਆਪਾਂ ਬੋਝੇ 'ਚ ਰੱਖਨੇ ਆ ਕਿ ਗਾਂ ਕਿਤੇ ਕੋਈ ਹੌਲਦਾਰ ਖਲੋਤਾ ਹੋਇਆ ਤੇ ਉਹਨੇ ਹੱਥ ਮਾਰ ਲੈਣਾ ਕਿ ਲਿਆ ਬਈ ਕਿੱਧਰ ਨੂੰ ਮੂੰਹ ਚੱਕਿਆ। ਕਿਉਂਕਿ ਇੰਡੀਆ ਦੀ ਪੁਲਿਸ ਬੜੇ ਪਿਆਰ ਨਾਲ ਪੁੱਛਦੀ ਆ, ਉਹ ਕਿੱਧਰ ਨੂੰ ਮੂੰਹ ਚੁੱਕਿਆ, ਆਰਸੀ ਕਿੱਥੇ ਆ ਜੀ, ਆਰਸੀ ਲਿਆ, ਰਜਿਸਟ੍ਰੇਸ਼ਨ ਕਾਪੀ ਹੈ। ਹਾਂਜੀ, ਰਜਿਸਟ੍ਰੇਸ਼ਨ ਕਾਪੀ ਜਿਹਨੂੰ ਕਹਿੰਦੇ ਆਪਾਂ। ਤਾਂ ਇਹ ਦੇਖੋ, ਇਹਦੇ ਤੇ ਅੱਜ ਕਾਫੀ ਹਾ ਹੱਲਾ ਸੀਗਾ ਸੋਸ਼ਲ ਮੀਡੀਆ ਤੇ, ਤੁਸੀਂ ਦੇਖਿਆ ਹੋਣਾ, ਚੈੱਕ ਕੀਤਾ ਹੋਵੇ ਤਾਂ ਉਹਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਮੇਨ ਜਿਹੜੇ ਫਰੰਟ ਪੇਜ ਜਿਨ੍ਹਾਂ ਨੂੰ ਆਪਾਂ ਆਨੇ ਆ ਉਹ ਭਰੇ ਪਏ ਨੇ ਇਸ ਐਲਾਨ ਦੇ ਨਾਲ ਕਿ ਆਰਸੀ ਜਿਹੜੀ ਆ ਬਈ ਹੁਣ ਬਣੀ ਬਣਾਈ ਮਿਲੇਗੀ, ਤੁਹਾਨੂੰ ਕੋਈ ਖੱਜਲ ਖੁਆਰੀ ਜਿਹੜੀ ਆ ਉਹ ਨਹੀਂ ਕਰਨੀ ਪਵੇਗੀ, ਵਗੈਰਾ ਵਗੈਰਾ ਵਗੈਰਾ। ਤਾਂ ਦੂਸਰੇ ਪਾਸਿਓਂ ਅੱਜ ਕੱਲ ਅਕਾਲੀ ਦਲ ਬਾਦਲ ਦੇ ਜਿਹੜੇ ਹੈਗੇ ਨੇ ਕਾਰਕੁਨ, ਖਾਸ ਤੌਰ ਤੇ IT ਵਾਲੇ, ਉਹ ਵੀ ਵਿਹਲੇ ਬੈਠੇ ਨੇ, ਹੋਰ ਤਾਂ ਕੋਈ ਚੀਜ਼ਾਂ ਉਹ ਕਰਦੇ ਨਹੀਂ।
ਤਾਂ ਉਹਨਾਂ ਨੇ ਵੀ ਕੱਢ ਲੈਂਦੀਆਂ ਪੁਰਾਣੀਆਂ ਖਬਰਾਂ। ਉਹ ਕਹਿੰਦੇ ਯਾਰ ਇਦਾਂ ਨਾ ਕਰੋ, ਇਹ ਤੇ 2011 ਦੀ ਸਕੀਮ ਚੱਲ ਰਹੀ ਆ ਜੀ। ਅੱਛਾ, ਫਿਰ ਹੁਣ ਅਮਰਿੰਦਰ ਸਿੰਘ ਹੋਰੀ ਜਿਹੜੇ ਆ ਉਹਨਾਂ ਨੇ ਕਿਹੜਾ ਚਿੜੀ ਛਿੱਕਾ ਖੇਡਣਾ, ਉਹਨਾਂ ਦੇ ਵੀ ਹੈਗੇ ਸਮਰਥਕ, ਉਹ ਕੱਢ ਲਿਆ, ਕਹਿੰਦੇ ਨਾ 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 ਉਦੋਂ ਠੀਕ ਸੀ, ਪਰ ਸਾਡੇ ਰਾਜ ਵੇਲੇ ਬਹੁਤ ਖੂਬਸੂਰਤ ਤਰੀਕੇ ਨਾਲ ਯੋਜਨਾ ਚੱਲਦੀ ਪਈ ਸੀਗੀ। ਤਾਂ ਕਮਾਲ ਦੀ ਗੱਲ ਇਹ ਆ ਕਿ ਅੱਜ ਫੇਰ ਇੱਕ ਫੋਟੋ ਸੈਸ਼ਨ ਜਿਹਾ ਕਰਕੇ ਇਹਨਾਂ ਨੇ ਉਹੀ ਚੀਜ਼ ਫੇਰ ਦੁਹਰਾ ਦਿੱਤੀ ਸੀਐਮ ਸਾਹਿਬ ਨੇ ਜੀ। ਪਰ ਅਸਲ ਦੇ ਵਿੱਚ ਕੀ ਹੈ ਕਿ ਉਹ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਆ ਕਿ ਸੱਚਾ ਉਹ ਵੀ ਨਹੀਂ ਤੇ ਝੂਠਾ ਉਹ ਵੀ ਨਹੀਂ, ਜਾਂ ਕਹਿੰਦੇ ਸੱਚਾ ਉਹ ਵੀ ਹੈ ਤੇ ਝੂਠਾ ਇਹ ਵੀ ਨਹੀਂ ਜੀ। ਗੱਲ ਇਹ ਆ ਅਸਲ ਦੇ ਵਿੱਚ ਕਿ ਹੁਣ ਜੋ ਇਹ ਕਹਿ ਰਹੇ ਨੇ ਕਿ ਬਈ ਆਰਸੀ ਜਿਹੜੀ ਆ ਉਹ ਸੌਖੀ ਕਰ ਦੇਵਾਂਗੇ, ਇਹ ਆਪਣੀ ਥਾਂ ਤੇ ਸਹੀ ਨੇ, ਪਰ ਉਹ ਗੱਲ ਜਿਹੜੀ ਆ ਕੋਈ ਐਡੀ ਵੱਡੀ ਨਹੀਂ। ਉਹ ਜਿਵੇਂ ਕਹਿੰਦੇ ਨਾ ਗਾਣਾ ਸੀਗਾ, ਐਡੀ ਗੱਲ ਨਹੀਂ ਜਿੱਡੀ ਤੂੰ ਬਣਾ ਕੇ ਬਹਿ ਗਏ ਹੋ ਜੀ। ਗੱਲ ਇਹ ਆ ਕਿ ਐਡੀ ਕੋਈ ਇਸ਼ਤਿਹਾਰਬਾਜ਼ੀ ਵਾਲੀ ਗੱਲ ਨਹੀਂ ਜਿਹੜੇ ਲੱਖ ਲੱਖ ਰੁਪਈਏ ਦੇ ਫਰੰਟ ਪੇਜ ਮੱਲੇ ਹੋਏ ਨੇ। ਅਸਲ 'ਚ ਕੀ ਆ, ਜੇ ਆਪਾਂ ਦੇਖੀਏ ਤੇ ਵਾਕਿਆ ਇਸੇ ਤਰ੍ਹਾਂ ਹੀ ਕਵਾਇਦ ਚੱਲਦੀ ਆ ਕਿ ਤੁਸੀਂ ਗੱਡੀ ਨਵੀਂ ਕਢਾਈ, ਨੰਬਰ ਨਾਲ ਦੀ ਨਾਲ ਲੱਗ ਜਾਣਾ, ਆਰਸੀ ਬਣਾਉਣ ਦਾ ਕੰਮ ਉਹਨਾਂ ਦਾ ਹੀ, ਉਹ ਬਣਾ ਕੇ ਤੇ ਤੁਹਾਡੇ ਘਰੇ ਘੱਲ ਦੇਣਗੇ ਜੀ। ਪਰ ਹੁਣ ਇਹ ਕੀ ਕਰ ਰਹੇ ਨੇ ਕਿ ਜਿਹੜੀ ਉਹ ਆਰਸੀ ਬਣਦੀ ਸੀਗੀ, ਜਿੱਥੇ ਝੋਲ ਹੈ, ਉਹ ਜਿਹੜੀ ਆਰਸੀ ਬਣਦੀ ਸੀ ਉਹ ਬਣਦੀ ਸੀ ਐਸਡੀਐਮ ਦਫ਼ਤਰ ਦੇ ਵਿੱਚ ਅੱਜ ਕੱਲ੍ਹ। ਅੱਛਾ ਜੀ। ਤਾਂ ਤੁਹਾਨੂੰ ਪਤਾ ਇੱਥੇ ਪਟਵਾਰੀ ਕਈ ਵਾਰ ਫੜੇ ਜਾਂਦੇ ਆ, ਫਿਰ ਰੈਵਨਿਊ ਡਿਪਾਰਟਮੈਂਟ ਦੀ ਹੜਤਾਲ ਵੀ ਹੋ ਜਾਂਦੀ ਆ, ਤਾਂ ਉਦੋਂ ਦਿੱਕਤ ਆ ਜਾਂਦੀ ਹੈ ਜਦੋਂ ਰੈਵਨਿਊ ਡਿਪਾਰਟਮੈਂਟ ਵਾਲੇ ਸਟ੍ਰਾਈਕ ਵਗੈਰਾ ਤੇ ਚਲੇ ਜਾਂਦੇ ਆ, ਤਾਂ ਉਦੋਂ ਲੰਬਾ ਸਮਾਂ ਆਰਸੀ ਜਿਹੜੀਆਂ ਹੁੰਦੀਆਂ ਨੇ ਰਜਿਸਟ੍ਰੇਸ਼ਨ ਕਾਪੀਆਂ ਉਹ ਨਹੀਂ ਬਣਦੀਆਂ। ਹੁਣ ਇਹਨਾਂ ਨੇ ਕੀ ਤੋੜ ਲੱਭਿਆ ਉਸ ਚੀਜ਼ ਦਾ ਕਿ ਆਪਾਂ ਇਦਾਂ ਕਰਦੇ ਆ ਕਿ ਜਾਂ ਪੰਜਾਬੀ 'ਚ ਕਹਿ ਲਓ ਕਿ ਛਾਪਾਖਾਨਾ ਹੀ ਦੇ ਦਿੰਦੇ ਆ, ਵੀ ਛਾਪਾਖਾਨਾ ਹੀ ਛੱਡੋ, ਜਿਹੜੀਆਂ ਏਜੰਸੀਆਂ ਉਹਨਾਂ ਨੂੰ ਛਾਪਾਖਾਨਾ ਦੇ ਦਿੰਦੇ ਕਿ ਤੁਸੀਂ ਉੱਥੇ ਆਰਸੀ ਵੀ ਛਾਪ ਦਿਓ, ਨਾ ਰਹੂ ਬਾਂਸ ਤੇ ਨਾ ਵੱਜੂ ਬਾਂਸਰੀ, ਕਿ ਉੱਥੇ ਜਾਵੇ ਹੀ ਨਾ, ਉਸ ਪ੍ਰਕਿਰਿਆ ਨੂੰ ਪਾਸੇ ਕਰ ਦਿਓ, ਬਾਈਪਾਸ ਕਰ ਦਿਓ। ਸੋ ਇਸ ਕਰਕੇ ਹੁਣ ਇਹਨਾਂ ਨੇ ਥੋੜਾ ਚੇਂਜ ਕੀਤਾ, ਮਤਲਬ ਕਿ ਜਿਹੜੀਆਂ ਉਹ ਏਜੰਸੀਆਂ ਨੇ, ਮਸਲਨ ਤੁਸੀਂ ਟੋਇਟਾ ਦੀ ਗੱਡੀ ਲੈ ਰਹੇ ਹੋ ਇੰਡੀਆ 'ਚ, ਤਾਂ ਉਹਨਾਂ ਦੀ ਏਜੰਸੀ 'ਚ ਜਾਓਗੇ ਤਾਂ ਤੁਹਾਨੂੰ ਆਰਸੀ ਬਣਾ ਕੇ ਦੇ ਦੇਣਗੇ, ਜਿਵੇਂ ਨੰਬਰ ਉਹ ਲਾਉਣਗੇ, ਮਤਲਬ ਕਿ ਨੰਬਰ ਤੁਸੀਂ ਆਪਣੀ ਮਰਜ਼ੀ ਦਾ ਲੈਣਾ। ਜਿਵੇਂ ਅੱਜ ਕੱਲ੍ਹ VIP ਨੰਬਰ ਲੈਣ ਦਾ ਵੀ ਬੜਾ ਸ਼ੌਂਕ ਹੈ ਨਾ, ਚਸਕਾ ਹੈ, ਜੇ ਉਹ ਲੈਣਾ ਉਹ ਵੀ ਸਹੂਲੀਅਤ ਉੱਥੇ ਮੌਜੂਦ ਹੋਊਗੀ, ਤੇ ਜੇ ਤੁਸੀਂ ਆਮ ਨੰਬਰ ਲੈਣਾ ਉਹ ਵੀ ਤੁਹਾਨੂੰ ਚੂਜ਼ ਕਰਵਾ ਕੇ ਉਹ ਨੰਬਰ ਦੇ ਕੇ ਤੇ ਨਾਲ ਦੀ ਨਾਲ ਉਹ ਪ੍ਰਿੰਟਿੰਗ ਦੀ ਸਹੂਲਤ ਜਿਹੜੀ ਉਹਨਾਂ ਦੇ ਕੋਲ ਹੋਏਗੀ ਉਹਨੂੰ ਇਸਤੇਮਾਲ ਕਰਕੇ ਆਰਸੀ ਦੇ ਦੇਣਗੇ। ਹੁਣ ਇਹ ਹੈ ਤਾਂ ਚੇਂਜ, ਪਰ ਵਿਜੇ ਜੀ ਇੱਥੇ ਕੰਮ ਪੁੱਠਾ ਹੈ, ਹਰੇਕ ਕੰਮ ਪੁੱਠਾ ਹੈ। ਇਹ ਜਾਣਕਾਰੀ ਦੇਣ ਦੀ ਥਾਂ ਤੇ ਅਖਬਾਰਾਂ ਦੇ ਵਿੱਚ ਕਿ ਆਰਸੀ ਬਈ ਇਸ ਤਰੀਕੇ ਦੇ ਨਾਲ ਹੁਣ ਉਹੀ ਛਾਪ ਦਿਆ ਕਰਨਗੇ, ਇਹ ਉੱਥੇ ਮਾਨ ਸਾਹਿਬ ਹੱਥ ਜੋੜ ਕੇ ਖਲੋਤੇ ਆ ਪਹਿਲੇ ਪੰਨੇ ਤੇ, ਸਮਝ ਹੀ ਨਹੀਂ ਆਉਂਦੀ ਕੀ ਕਹਿਣਾ ਚਾਹੁੰਦੇ ਨੇ। ਥੱਲੇ ਲਾਲਜੀਤ ਸਿੰਘ ਭੁੱਲਰ ਦੀ ਫੋਟੋ ਕੋਈ ਟਿਕਟ ਸਾਈਜ਼ ਦੀ ਲਾ ਲੈਂਦਾ ਬੰਦਾ, ਉਹ ਟਰਾਂਸਪੋਰਟ ਮਿਨਿਸਟਰ ਹੈਗੇ ਨੇ, ਉਹਨਾਂ ਦੀ ਕੋਈ ਫੋਟੋ ਨਹੀਂ ਹੈਗੀ। ਤਾਂ ਕਹਿਣ ਦਾ ਮਤਲਬ ਕਿ ਇਸ਼ਤਿਹਾਰਬਾਜ਼ੀ ਤੇ ਇੰਨਾ ਖਰਚਾ, ਪਰ ਜਿਹੜਾ ਚੇਂਜ ਹੋਇਆ ਹੈ ਤੁਸੀਂ ਦੇਖੋ ਕਿ ਸਰਕਾਰ ਹੀ ਉਹਨਾਂ ਨੂੰ ਕਾਊਂਟਰ ਨਹੀਂ ਕਰ ਪਾਈ, ਵਿਰੋਧੀ ਧਿਰਾਂ ਨੂੰ, ਕਿ ਬਈ ਅਸਲ ਦੇ ਵਿੱਚ ਅਸੀਂ ਇਸ ਸਕੀਮ ਦੇ ਵਿੱਚ ਆ ਚੇਂਜ ਕੀਤਾ ਵਾ ਜੀ। ਤੇ ਇੱਕ ਇਹ ਦੱਸਣਾ, ਜਿਹੜੀ ਤੁਸੀਂ ਪਹਿਲਾਂ ਆਰਸੀ ਤੋਂ ਗੱਲ ਸ਼ੁਰੂ ਕੀਤੀ ਸੀ ਜੀ, ਵੀ ਰਾਘਵ ਚੱਡਾ ਨੂੰ ਵੀ ਅੱਜ ਕੱਲ੍ਹ ਆਰਸੀ ਕਹਿੰਦੇ ਨੇ, ਹੁਣ ਇਹ ਬੜਾ ਵਿਵਾਦ ਚੱਲ ਰਿਹਾ ਵੀ ਕੀ ਇੱਕ ਹਿਸਾਬ ਦੇ ਨਾਲ ਹੁਣ ਪੰਜਾਬ ਦੀ ਵਾਗਡੋਰ ਜਿਹੜੀ ਇੱਕ ਉਹ ਐਡਵਾਈਜ਼ਰੀ ਕਮੇਟੀ ਜਿਹਦੀ ਚੇਅਰਮੈਨਸ਼ਿਪ ਹੁਣ ਰਾਘਵ ਚੱਡਾ ਦੇ ਕੋਲ ਹੈ, ਕਿ ਉਹਨਾਂ ਦੇ ਹੱਥ ਚਲੀ ਗਈ ਹੈ। ਸੋ ਕੀ ਉਹ ਹੁਣ ਡੀਫੈਕਟੋ ਚੀਫ ਮਿਨਿਸਟਰ ਬਣ ਗਏ ਨੇ ਜਾਂ ਉਪ ਮੁੱਖ ਮੰਤਰੀ ਬਣ ਗਏ ਨੇ ਪੰਜਾਬ ਦੇ? ਇਹਦੇ ਬਾਰੇ ਕਿਸ ਤਰ੍ਹਾਂ ਦਾ ਇਸ ਵੇਲੇ ਪ੍ਰਤੀਕਰਮ ਜਾਂ ਕੀ ਡਿਸਕਸ਼ਨ ਚੱਲ ਰਹੀ ਹੈ ਜੀ? ਦੇਖੋ ਵਿਜੇ ਜੀ, ਚਰਚਾਵਾਂ ਚੱਲ ਰਹੀਆਂ ਸਨ। ਜਿਵੇਂ ਸਰਕਾਰ ਬਣੀ ਸੀਗੀ, ਰਾਘਵ ਚੱਡਾ ਦੇ ਇੱਥੇ ਟਿਕਾਣੇ ਬਣ ਗਏ ਸੀਗੇ, ਟੀਮ ਆ ਗਈ ਸੀ ਦਿੱਲੀ ਤੋਂ, ਇੱਥੋਂ ਤੱਕ ਕਿ ਜਿਹੜੇ ਮੰਤਰਾਲੇ ਸੀਗੇ ਉਹਨਾਂ ਦੇ ਵਿੱਚ ਵੀ ਸਿੱਧੇ ਤੌਰ ਤੇ ਕਹਿ ਲਓ ਕਿ ਉੱਠਣੀ ਬੈਠਣੀ ਹੋ ਗਈ ਤੇਰੀ, ਆਉਣੀ ਜਾਣੀ ਉੱਚਿਆਂ ਚਵਾਰਿਆਂ ਦੇ ਨਾਲ, ਤਾਂ ਉਹਦਾ ਬਸ ਆਉਣੀ ਜਾਣੀ ਚੱਲ ਪਈ ਸੀਗੀ ਜੀ। ਉਹ ਪਰਦੇ ਦੇ ਪਿੱਛੇ ਦੀ ਗੇਮ ਸੀ। ਔਰ ਸਭ ਤੋਂ ਵੱਡਾ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ, ਮਿਸਾਲ ਦੇਣਾ, ਇੱਥੇ ਨਾ ਪੰਜਾਬ ਕ੍ਰਿਕਟ ਐਸੋਸੀਏਸ਼ਨ, ਤੁਹਾਨੂੰ ਪਤਾ ਵੈਸੇ ਕ੍ਰਿਕਟ ਬਹੁਤ ਮਾਲਦਾਰ ਗੇਮ ਹੈ ਉਰੇ ਇੰਡੀਆ 'ਚ ਜੀ। PCA ਦਾ ਸਾਰਾ ਮਤਲਬ ਕਿ ਜੋ ਉਹਨਾਂ ਦਾ ਕਰਤਾ ਧਰਤਾ, ਜੋ ਸੰਚਾਲਨ ਦਾ ਜੋ ਕੰਮ ਕਰ ਸੀਗਾ, ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ। ਮਤਲਬ ਕਿ ਉਤਲੀ ਟੀਮ ਜਿਹੜੀ ਸੀਗੀ, ਕੋਰ ਟੀਮ ਕਹਿ ਲਓ, ਕਿ ਉਹ ਆਰਾਮ ਨਾਲ ਬੈਠ ਗਈ। ਔਰ ਇੰਟਰਸਟਿੰਗ ਗੱਲ ਇਹ ਆ ਕਿ ਉਹਦੇ 'ਚ ਇੱਕ ਬੰਦਾ ਉਹ ਪ੍ਰਧਾਨ ਬਣਾਇਆ ਗਿਆ, ਚੀਫ ਉਹ ਬਣਾਇਆ ਗਿਆ, ਜਿਹੜਾ ਨਵਜੋਤ ਸਿੰਘ ਸਿੱਧੂ ਦਾ ਕਿਸੇ ਸਮੇਂ ਖਜ਼ਾਨਚੀ ਹੁੰਦਾ ਸੀ ਪਾਰਟੀ 'ਚ। ਤਾਂ ਉਹ ਜਿਹੜੀ ਗੇਮ ਸੀਗੀ, ਉਹ ਸਾਡੇ ਵਰਗਿਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਹ ਲੱਗਣ ਜਾ ਰਹੀ ਆ, ਕਿ ਕਿਸੇ ਤੋਂ ਰਿਜ਼ਾਈਨ ਕਰਵਾਇਆ ਜਾ ਰਿਹਾ, ਕੁਝ ਨਿਯਮ ਜਿਹੜੇ ਆ ਉਹ ਇੱਦਾਂ ਉੱਦਾਂ ਕੀਤੇ ਜਾ ਰਹੇ ਆ। ਤਾਂ ਇਸ ਤਰ੍ਹਾਂ ਕੁਝ ਚੀਜ਼ਾਂ ਪਰਦੇ ਦੇ ਪਿੱਛੇ ਚੱਲ ਰਹੀਆਂ ਸਨ। ਬੇਸਿਕਲੀ ਕੀ ਹੋਇਆ ਕਿ ਕੁਝ ਅਫਸਰ ਜਿਹੜੇ ਆ ਦੱਸਦੇ ਆ ਕਿ ਉਹਨਾਂ ਨੂੰ ਜਦੋਂ ਸੱਦਿਆ ਗਿਆ ਕਿ ਇੱਧਰ ਆਓ ਓਏ,
ਉਹਨਾਂ ਨੇ ਕਿਹਾ ਕਿ ਗੱਲ ਸੁਣੋ ਸਾਡੀ, ਅਸੀਂ CMO ਪ੍ਰਤੀ ਜਵਾਬਦੇਹ ਹਾਂ, ਮਤਲਬ ਕਿ ਚੀਫ ਮਿਨਿਸਟਰ ਆਫਿਸ ਪ੍ਰਤੀ। ਅਸੀਂ ਇਦਾਂ ਨਹੀਂ ਆ ਸਕਦੇ ਕਿ ਕੋਈ ਆਵਾਜ਼ ਮਾਰੇ ਸਾਨੂੰ, ਮਤਲਬ ਕਿ ਉਹ ਜਦੋਂ ਹੁਣ ਕਈ ਤਾਂ ਲੱਗੇ ਹੁੰਦੇ ਆ ਕਿ ਸੀਟੀ ਮਾਰ ਕੇ ਬੁਲਾਉਣੋਂ ਹਟ ਜਾ, ਅਸੀਂ ਇਦਾਂ ਨਹੀਂ ਆ ਸਕਦੇ ਬਾਈ। ਤਾਂ ਉਹ ਜਿਹੜੇ ਅਫਸਰ ਸੀਗੇ ਉਹ ਜਦੋਂ ਅੜ ਗਏ, ਇਹਨਾਂ ਨੇ ਫਿਰ ਇਹ ਵੇ ਬਣਾਇਆ, ਇੱਕ ਰਸਤਾ ਬਣਾਇਆ ਕਿ ਅਸੀਂ ਇਸ ਤਰੀਕੇ ਦੇ ਨਾਲ, ਇਸ ਤਰੀਕਾਕਾਰੀ ਦੇ ਨਾਲ ਅਫਸਰਸ਼ਾਹੀ ਨੂੰ ਨਿੱਠ ਕਰਕੇ ਲਿਆ ਸਕਦੇ ਹਾਂ। ਤਾਂ ਇਹ ਇੱਕ ਤਰੀਕਾਕਾਰੀ ਹੈ। ਸੋ ਇਹਦੇ 'ਚ ਲੇਟੈਸਟ ਅਪਡੇਟ ਜਿਹੜੀ ਆ ਉਹ ਇਹੋ ਹੈ ਕਿ ਅੱਜ ਕਾਨੂੰਨੀ ਤੌਰ ਤੇ ਇਸ ਨਿਯੁਕਤੀ ਨੂੰ ਚੈਲੰਜ ਹੋ ਗਿਆ ਹਾਈ ਕੋਰਟ ਦੇ ਵਿੱਚ। ਵਕੀਲ ਨੇ, ਬਜ਼ੁਰਗ ਵਕੀਲ ਨੇ ਜਗਮੋਹਨ ਸਿੰਘ ਭੱਟੀ, ਇਹ ਭੱਟੀ ਸਾਹਿਬ ਉਹੀ ਨੇ ਜਿਨ੍ਹਾਂ ਨੇ ਮੁੱਖ ਸੰਸਦੀ ਸਕੱਤਰਾਂ ਦੀ ਫੱਟੀ ਪੋਚੀ ਸੀਗੀ। ਤਾਂ ਇਹ ਪਹੁੰਚ ਗਏ ਨੇ ਕੋਰਟ ਦੇ ਵਿੱਚ, ਇਹ ਕਹਿੰਦੇ ਕਿ ਇਹ ਨਿਯੁਕਤੀ ਜਿਹੜੀ ਆ ਗੈਰ ਸੰਵਿਧਾਨਕ ਆ। ਔਰ ਉਹਨਾਂ ਨੇ ਤੇ ਇੱਥੋਂ ਤੱਕ ਸਵਾਲ ਚੁੱਕਿਆ, ਉਹਨਾਂ ਕਿਹਾ ਜੇ ਤੁਹਾਡਾ ਚੀਫ ਸੈਕਟਰੀ ਇਹੋ ਜਿਹਾ ਨਾ ਤਾਂ ਬਸ ਸਰ ਗਿਆ ਤੁਹਾਡਾ ਪੰਜਾਬ ਵਾਲਿਓ, ਮੈਂ ਹੀ ਲੜੂੰਗਾ ਤੁਹਾਡੇ ਵਾਸਤੇ। ਉਹ ਕਹਿੰਦੇ ਕਿ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਮੇਟੀ ਦੇ ਬਾਬਤ, ਉਹ ਨਾ ਤਾਂ ਨੋਟੀਫਿਕੇਸ਼ਨ ਹੈ ਤੇ ਨਾ ਹੀ ਲੈਟਰ ਆ। ਜਿਵੇਂ ਆਪਾਂ ਕਹਿੰਦੇ ਨੇ ਨਾ 3 ਚੋਂ, ਨਾ 13 ਚੋਂ, ਨਾ ਪਲੇਰਾਂ ਚੋਂ, ਨਾ ਸਫੇਰਾਂ ਚੋਂ, ਨਾ ਟੋਕਰੀ ਚੋਂ, ਨਾ ਬੇਰਾਂ ਚੋਂ ਵਗੈਰਾ ਵਗੈਰਾ, ਉਹ ਮਤਲਬ ਕਿ ਉਹ ਰੱਦ ਹੀ ਕਰ ਰਹੇ ਨੇ ਕਿ ਅਸਲ ਦੇ ਵਿੱਚ ਇਹਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਨੋਟੀਫਿਕੇਸ਼ਨ ਹੈ ਜਾਂ ਲੈਟਰ ਹੈ ਕੋਈ ਆਮ। ਮਿੰਟੂ ਜੀ ਇਹ ਦੱਸਿਓ ਕਿ ਹੁਣ ਜੇ ਆਹ ਗੱਲ ਕਰੀਏ ਵੀ ਮੇਲਾ ਲੁੱਟੇ ਜਾਣ ਤੋਂ ਬਾਅਦ ਹਰਕਤ 'ਚ ਆਈ ਸਰਕਾਰ, ਖੇਤੀ ਮੰਤਰੀ ਖੇਤਾਂ ਵਿੱਚ ਕੀ ਵੇਰਵਾ ਜੀ ਇਸ ਗੱਲ ਦਾ? ਹਾਂ ਬਿਲਕੁਲ ਜੀ, ਖੇਤੀ ਮੰਤਰੀ ਜਿਹੜੇ ਧਾਲੀਵਾਲ ਸਾਹਿਬ ਆ ਉਹ ਗਏ ਨੇ ਖੇਤਾਂ ਦੇ ਵਿੱਚ। ਦਰਅਸਲ ਕੀ ਹੈ ਕਿ ਨਰਮੇ ਨੂੰ ਪਿਛਲੇ ਸਾਲ ਵੀ ਬਿਮਾਰੀ ਪੈ ਗਈ ਸੀਗੀ, ਗੁਲਾਬੀ ਸੁੰਡੀ ਜਿਹਨੂੰ ਕਿਹਾ ਗਿਆ ਸੀ। ਉਹ ਸ਼ਬਦ ਸ਼ਾਇਦ ਬਹੁਤ ਘੱਟ ਲੋਕਾਂ ਨੇ ਪਹਿਲਾਂ ਸੁਣਿਆ ਹੋਏਗਾ ਮਾਲਵੇ ਦੇ ਵਿੱਚ ਕਿ ਗੁਲਾਬੀ ਸੁੰਡੀ ਆ। ਆਮ ਤੌਰ ਤੇ ਅਮਰੀਕਨ ਸੁੰਡੀ ਜਾਂ ਇਸ ਤਰ੍ਹਾਂ ਦਾ ਪਹਿਲਾਂ ਤਬਾਹੀ ਵਾਲਾ ਕਹਿ ਲਓ ਮੰਜ਼ਰ ਦੇਖਿਆ ਹੋਇਆ ਲੋਕਾਂ ਨੇ, ਪਰ ਇਹ ਗੁਲਾਬੀ ਸੁੰਡੀ ਇੱਕ ਨਵੀਂ ਬਿਮਾਰੀ ਸੀਗੀ, ਤਾਂ ਉਹ ਚਟਮ ਕਰ ਗਈ। ਅੱਛਾ, ਖਾਸ ਗੱਲ ਇਹ ਸੀਗੀ ਵਿਜੇ ਜੀ, ਕਿਉਂਕਿ ਸਾਡਾ ਇਲਾਕਾ ਜਿਹੜਾ ਉਹ ਸਾਰਾ ਕਪਾਹ ਪੱਟੀ ਵਾਲਾ ਹੈ ਜੀ, ਤਾਂ ਹੋਇਆ ਕੀ ਕਿ ਕੁਝ ਇਲਾਕਿਆਂ ਦੇ ਵਿੱਚ ਉਹ ਜ਼ਬਰਦਸਤ ਤਬਾਹੀ ਹੋਈ, ਪਰ ਕੁਝ ਇਲਾਕਿਆਂ ਦੇ ਵਿੱਚ ਨਰਮਾ ਜਿਹੜਾ ਭਰਪੂਰ ਹੋਇਆ ਔਰ ਉਹਦਾ ਰੇਟ ਵੀ ਖਾਸਾ ਮਿਲਿਆ ਸੀਗਾ। ਐਤਕੀ 10,000 ਤੋਂ 15,000 ਤੱਕ ਨਰਮਾ ਵਿਕਿਆ ਹੋਇਆ। ਤਾਂ ਐਤਕੀ ਫੇਰ ਉਹੀ ਹੋਇਆ ਕੀ ਹੈ ਕਿ ਜਿੱਦਾਂ ਸਰਦੂਲਗੜ੍ਹ, ਤਲਵੰਡੀ ਸਾਬੋ, ਇਹ ਵਿਚਾਲੜਾ ਜਿਹੜਾ ਏਰੀਆ ਪੈਂਦਾ ਹੈ, ਇੱਥੇ ਫੇਰ ਹਮਲਾ ਹੋ ਗਿਆ। ਉਹ ਫਸਲ ਜਿਹੜੀ ਸੀਗੀ ਉਹ ਚਟਮ ਹੋਈ, ਤਾਂ ਹੁਣ ਲੋਕਾਂ ਨੇ ਵਾਹੁਣੀ ਸ਼ੁਰੂ ਕਰ ਦਿੱਤੀ। ਤੁਸੀਂ ਆਪ ਦੇਖੋ ਕਿ ਇੱਕ ਕਿਸਾਨ ਦੀ ਇਨਵੈਸਟਮੈਂਟ ਹੋਈ ਹੈ, 70-80 ਦਿਨ ਦੀ ਫਸਲ ਹੋ ਗਈ, ਉਹ ਵਾਹੁਣੀ ਪੈ ਜਾਵੇ। ਤਾਂ ਹੋਇਆ ਕੀ ਆ ਕਿ ਹੁਣ ਜਦੋਂ ਮਤਲਬ ਕਿ ਲੋਕਾਂ ਨੇ ਨਰਮਾ ਵਾਹੁਣਾ ਸਟਾਰਟ ਕਰ ਦਿੱਤਾ, ਇਹ ਬਾਹਰ ਆਏ ਨੇ। ਮਤਲਬ ਕਿ ਮੇਲਾ ਤਾਂ ਲੁੱਟ ਗਿਆ ਨਾ, ਜਿਹਦੀ ਫਸਲ 70-80 ਦਿਨ ਦੀ ਹੋ ਕੇ ਉਹਨੂੰ ਵਾਹੁਣੀ ਪੈ ਜਾਵੇ। ਤੇ ਮੈਂ ਅੱਗੇ ਕਹਿੰਦਾ ਕਿ ਰਾਜ ਬਰਾੜ ਨੇ ਜਿੱਦਾਂ ਆਖਿਆ ਸੀ ਨਾ, ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਕੇ, ਉਦਾਂ ਇਹ ਆ ਕਿ ਨਰਮੇ 'ਚ ਤੇ ਪੁੱਤਾਂ ਵਰਗਾ ਜਿਹੜਾ ਨਰਮਾ ਹੈ ਉਹਦੇ ਵਿੱਚ ਫੋਰਡ ਵਾਇਆ ਰੋ ਕੇ ਹੋ ਸਕਦਾ ਕਿਸਾਨ ਨੇ। ਤਾਂ ਇਸ ਕਰਕੇ ਵਾਹੁਣਾ ਬਹੁਤ ਔਖਾ ਹੁੰਦਾ ਹੈ। ਤਾਂ ਜਦੋਂ ਵਾਹੁਣੇ ਸਟਾਰਟ ਕਰ ਦਿੱਤੇ ਨਰਮੇ, ਤਾਂ ਉਦੋਂ ਬਾਅਦ ਇਹਨਾਂ ਦੀਆਂ ਟੀਮਾਂ ਜਿਹੜੀਆਂ ਉਹ ਫੀਲਡ 'ਚ ਜਾਂਦੀਆਂ ਨੇ। ਹਾਲਾਂਕਿ ਪਹਿਲਾਂ ਇੱਕਾ ਦੁੱਕਾ ਫਾਰਮੈਲਿਟੀਆਂ ਹੁੰਦੀਆਂ, ਪਰ ਜਦੋਂ ਖੇਤੀ ਮੰਤਰੀ ਨਿਕਲੇ ਫਿਰ ਤੁਹਾਨੂੰ ਪਤਾ ਚੁਸਤ ਦਰੁਸਤ ਹੋ ਜਾਂਦਾ ਨਿਜ਼ਾਮ। ਉਦੋਂ ਸਾਰਾ ਇਹਨਾਂ ਦਾ ਸਿਸਟਮ ਹੈ ਜਿਹੜਾ ਉਹ ਕਾਫੀ ਸਰਗਰਮੀ ਦਿਖਾ ਦਿੰਦਾ ਹੈ। ਤਾਂ ਬਹਰਹਾਲ ਇਹ ਗਏ ਨੇ ਧਾਲੀਵਾਲ ਸਾਹਿਬ, ਇਹਨਾਂ ਨੇ ਅਪੀਲ ਕੀਤੀ ਹੈ ਕਿ ਅਸੀਂ ਰਿਪੋਰਟਾਂ ਮੰਗਾ ਲਈਆਂ, ਇਹ ਟੀਮਾਂ ਦੀ ਜਵਾਬਦੇਹੀ ਹੋਏਗੀ, ਤੁਸੀਂ ਨਰਮਾ ਨਾ ਵਾਹੋ। ਪਰ ਹੁਣ ਰੌਲਾ ਇਹ ਆ ਕਿ ਅਗਲਾ ਕਹਿੰਦਾ ਹੈ ਕਿ ਜੇ ਇਹ ਵੀ ਨਾ ਬਚਿਆ, ਮੈਂ ਇੰਤਜ਼ਾਰ ਕੀਤਾ, ਫਿਰ ਝੋਨੇ ਤੋਂ ਵੀ ਜਾਂਦਾ ਲੱਗੂਗਾ। ਨਾ ਖੁਦਾ ਮਿਲਾ ਨਾ ਵਸਾਲੇ ਸਨਮ ਜੀ, ਨਾ ਉਧਰ ਦੇ ਰਹੇ ਨਾ ਇੱਧਰ ਦੇ ਰਹੇ। ਸੋ ਇਸ ਕਰਕੇ ਬਹੁਤ ਔਖਾ ਹੈ। ਪਰ ਇਹਦੇ ਵਿੱਚ ਇੱਕ ਟ੍ਰਿਬਿਊਨ 'ਚ ਪਰਸੋਂ ਚੌਥ ਇੱਕ ਖਬਰ ਲੱਗੀ ਸੀ, ਬੜੀ ਰਿਸਰਚ ਬੇਸਡ ਖਬਰ ਸੀਗੀ। ਤਾਂ ਉਹਦੇ 'ਚ ਉਹਨਾਂ ਨੇ ਕਿਹਾ ਸੀਗਾ, ਜੜ ਫੜੀ ਸੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪਿਛਲੇ ਵਾਰੀ ਉੱਥੇ ਤਲਵੰਡੀ ਸਾਬੋ ਤੇ ਸਰਦੂਲਗੜ੍ਹ ਇਸ ਏਰੀਏ 'ਚ ਬਹੁਤ ਭਿਆਨਕ ਬਿਮਾਰੀ ਪਈ ਨਰਮੇ ਨੂੰ। ਪਰ ਜਿਵੇਂ ਹੀ ਥੱਲੇ ਆ ਗਏ ਲੰਬੀ ਵਾਲੀ ਸਾਈਡ, ਇੱਧਰ ਨਰਮੇ ਜਿਹੜੇ ਉਹ ਵੱਖਰੀ ਕਿਸਮ ਦੇ ਸਨ, ਮਤਲਬ ਕਿ ਉਹਨਾਂ ਦਾ ਝਾੜ ਜਾਂ ਉਹਨਾਂ ਦੀ ਹਾਲਤ ਵੱਖਰੀ ਕਿਸਮ ਦੀ ਸੀ। ਤਾਂ ਉਹ ਕਿਤੇ ਨਾ ਕਿਤੇ ਬੀ ਨਾਲ ਜੁੜਿਆ ਮਸਲਾ ਸੀ। ਤਾਂ ਟ੍ਰਿਬਿਊਨ ਨੇ ਖੁਲਾਸਾ ਕੀਤਾ ਸੀਗਾ ਕਿ ਦਰਅਸਲ ਬਹੁਤ ਸਾਰਾ ਬੀ ਜਿਹੜਾ ਉਹ ਗੁਜਰਾਤ ਤੋਂ ਆ ਕੇ ਇੱਥੇ ਵਿਕਿਆ ਵਾ, ਗੁਜਰਾਤ ਤੋਂ ਆ ਕੇ ਵਿਕਿਆ। ਯਾਨੀ ਉਹ ਜਿਹੜਾ ਬੀ ਸੀਗਾ ਉਹ ਇਸ ਤਰ੍ਹਾਂ ਪ੍ਰਚਾਰਿਆ ਗਿਆ ਕਿ ਜੇ ਤੁਸੀਂ ਆਹ ਲੈ ਲਓਗੇ ਠੀਕ ਆ, 400-500 ਰੁਪਈਆ ਤੁਹਾਨੂੰ ਮਹਿੰਗਾ ਪੈਣਾ ਆ, ਬਟ ਇਹਦੇ ਤੇ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਜੇ ਹੋਣਾ। ਲੋਕਾਂ ਨੇ ਭੱਜ ਕੇ ਉਹ
ਪਰਚੇਜ਼ ਕਰ ਲਿਆ। ਜੀ। ਤਾਂ ਉਹਦਾ ਨਤੀਜਾ ਇਹ ਨਿਕਲਿਆ ਕਿ ਉਹ ਜ਼ਿਆਦਾ ਵਲੇਟਿਆ ਗਿਆ ਕਿਉਂਕਿ ਬੀ ਨਕਲੀ ਸੀਗਾ। ਤਾਂ ਉਹਦੇ 'ਚ ਕਰੋੜਾਂ ਦੀ ਠੱਗੀ ਵੀ ਹੋ ਗਈ, ਕਰੋੜਾਂ ਦੀ ਫਸਲ ਵੀ ਮਾਰੀ ਗਈ। ਸੋ ਇਸ ਕਰਕੇ ਇਹ ਹਰਕਤ ਦੇ ਵਿੱਚ ਤੇ ਆਏ ਆ, ਪਰ ਵਾਕਿਆ ਜਿਨ੍ਹਾਂ ਨੂੰ ਵਾਹੁਣਾ ਪੈ ਗਿਆ ਉਹਨਾਂ ਦਾ ਤਾਂ ਮੇਲਾ ਖੁਸ਼ੀਆਂ ਦਾ ਲੁੱਟਿਆ ਗਿਆ। ਸੋ ਇਸ ਕਰਕੇ ਠੀਕ ਹੈ, ਇਸ ਵਾਰੀ ਸਰਕਾਰ ਇਹਨਾਂ ਦੀ ਨਵੀਂ ਸੀਗੀ, ਪਰ ਅੱਗੇ ਤੋਂ ਹੁਣ ਇਹਨਾਂ ਦਾ ਤਾਂ ਹੱਲ ਕਰਨਾ ਪਊਗਾ, ਕੋਈ ਮੁਆਵਜ਼ਾ ਵਗੈਰਾ ਦਿਓ ਤਾਂ ਹੀ ਗੱਲ ਬਣੂਗੀ। ਤਾਂ ਦੂਜੇ ਪਾਸੇ ਜਦੋਂ ਹੁਣ ਤੁਸੀਂ ਅੱਗੇ ਨਰਮਾ ਬਚਾਉਣਾ ਹੈ, ਉਹ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਸਰਗਰਮ ਹੋਣਾ ਪਊਗਾ ਕਿ ਇਸ ਤਰ੍ਹਾਂ ਦਾ ਬੀ ਮਾਫੀਆ ਜਿਹੜਾ ਉਹ ਆ ਕੇ ਇਸ ਤਰ੍ਹਾਂ ਦੀ ਕੋਈ ਚੋਰ ਬਾਜ਼ਾਰੀ ਨਾ ਕਰ ਸਕੇ। ਅਦਰਵਾਈਜ਼ ਫਿਰ ਇਹ ਸਾਰਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲੇਗਾ। ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਵਾਰੀ ਹੋਇਆ ਕੀ ਸੀਗਾ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਕੁਝ ਦਿਨਾਂ ਦੇ ਅੰਦਰ ਅੰਦਰ ਇਸ ਇਲਾਕੇ 'ਚ ਹੋ ਗਈਆਂ ਸਨ। ਜੀ ਜੀ ਜੀ। ਮਿੰਟੂ ਜੀ ਇਹ ਦੱਸਿਓ, ਬਰੀਫਲੀ ਦੱਸਿਓ ਕਿ ਬਦਲਾਅ ਦੀ ਰੁੱਤ ਵਿੱਚ ਹੀ ਹੁਣ ਅਕਾਲੀ ਦਲ ਵੀ ਆਪਣਾ ਪੈਂਤੜਾ ਬਦਲਣ ਬਾਰੇ ਸੋਚ ਰਹੇ ਨੇ, ਬਦਲਾਅ ਦੀ ਗੱਲ ਕਰ ਰਹੇ ਨੇ ਜੀ ਉਹ ਵੀ? ਜੀ ਬਿਲਕੁਲ ਬਿਲਕੁਲ। ਦੇਖੋ ਇਹ ਅੰਦਰ ਖਾਤੇ ਦੀਆਂ ਸਰਗਰਮੀਆਂ ਹਨ, ਇਹਨਾਂ ਦੀਆਂ ਸਰਗਰਮੀਆਂ ਹਨ। ਤਾਂ ਦੱਬੇ ਸੁਰਾਂ ਦੇ ਵਿੱਚ ਸਾਨੂੰ ਜਿਹੜੇ ਇਹਨਾਂ ਦੇ ਸੋਰਸਸ ਨੇ, ਮਤਲਬ ਕਿ ਜੋ ਇਹਨਾਂ ਦੀ ਪਾਰਟੀ ਨੂੰ ਵੇਖਦੇ ਵਾਚਦੇ ਨੇ, ਚੰਗੀ ਤਰ੍ਹਾਂ ਨੇੜਿਓਂ ਵਿਚਰਦੇ ਨੇ, ਸਿਆਸੀ ਸਫਾ ਦੇ ਜਾਣਕਾਰ ਨੇ, ਉਹ ਦੱਸ ਰਹੇ ਆ ਕਿ ਅਕਾਲੀ ਦਲ ਦੇ ਵਿੱਚ ਠੀਕ ਆ ਮੋਰਲੀ ਕਤਾਰ ਦੀ ਲੀਡਰਸ਼ਿਪ ਤੇ ਭਾਵੇਂ ਕੰਪਲੀਟਲੀ ਨਾ ਬਦਲੀ ਜਾਵੇ, ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ, ਕਿ ਉਹ ਪ੍ਰਧਾਨ ਜੀ ਜਾਂ ਹੋਰ ਜਿਹੜੀ ਮਤਲਬ ਕਿ ਇਹਨਾਂ ਦੀ ਕੋਰ ਲੀਡਰਸ਼ਿਪ ਆ ਉਹਦੇ ਵਿੱਚ ਕੋਈ ਮੇਜਰ ਚੇਂਜ ਨਹੀਂ ਆਉਣ ਜਾ ਰਿਹਾ। ਕਿਉਂਕਿ ਪਿਛਲੇ ਦਿਨੀ ਅਖਬਾਰਾਂ 'ਚ ਚਰਚਾਵਾਂ ਚੱਲੀਆਂ ਸਨ ਕਿ ਇਹ ਹੋ ਸਕਦਾ, ਇਹ ਹੋ ਸਕਦਾ, ਇਹ ਹੋ ਸਕਦਾ ਹੈ। ਆਪਾਂ ਕਿਸੇ ਦੀ ਰਿਸਰਚ ਨੂੰ ਵੈਸੇ ਰੱਦ ਨਹੀਂ ਕਰਦੇ, ਪਰ ਬਾਅਦ ਦੇ ਵਿੱਚ ਜਿੰਨੀ ਕੋਈ ਜਾਣਕਾਰੀ ਮਿਲੀ ਹੈ ਕਿ ਉਤਲੀ ਲੀਡਰਸ਼ਿਪ ਦੇ ਵਿੱਚ ਸ਼ਾਇਦ ਇੰਨਾ ਵੱਡਾ ਚੇਂਜ ਨਹੀਂ ਆਏਗਾ। ਉਹਦਾ ਕਾਰਨ ਹੈ ਸਹਿਮਤੀ ਅਸਹਿਮਤੀ। ਜੀ ਕੁਝ ਲੋਕ ਮਤਲਬ ਕਿ ਸਹਿਮਤ ਹੋ ਰਹੇ ਨੇ ਕੁਝ ਨਾਵਾਂ ਤੇ, ਪਰ ਅਸਹਿਮਤ ਬਹੁਤ ਨੇ। ਉਹ ਖਲਾਰਾ ਪੈ ਸਕਦਾ। ਤੁਹਾਨੂੰ ਕਹਿੰਦੇ ਹੁੰਦੇ ਨਾ ਦਾੜੀ ਨਾਲ ਮੁੱਛਾਂ ਵਧਣ ਵਾਲੀ ਗੱਲ ਹੈ, ਅੱਗਾ ਦੌੜ ਪਿੱਛਾ ਝੋੜ ਵਾਲੀ ਗੱਲ ਹੈ। ਸੋ ਇਸ ਕਰਕੇ ਇੱਕ ਤੇ ਡਰ। ਦੂਜੀ ਜਿੰਨੀ ਕੋਈ ਜਾਣਕਾਰੀ ਮਿਲੀ ਹੈ ਕਿ ਦੇਖੋ ਇਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਐਲਾਨ ਵੀ ਹੋ ਜਾਏਗਾ, ਬਹੁਤ ਜਲਦੀ ਇਹ ਇਸ ਤਰ੍ਹਾਂ ਦਾ ਇੱਕ ਅਕਾਲੀ ਦਲ ਦੇ ਵਿੱਚ ਰਿਫਾਰਮ ਲਿਆਉਣ ਜਾ ਰਹੇ ਆ ਕਿ ਜਿਵੇਂ ਐਸਜੀਪੀਸੀ ਨੂੰ ਬਿਲਕੁਲ ਅਲੱਗ ਕਰ ਦਿੱਤਾ ਜਾਵੇ। ਜਿਵੇਂ ਤੁਸੀਂ ਦੇਖਦੇ ਹੋ ਆਰਐਸਐਸ ਦਾ ਇੱਕ ਸਟਰਕਚਰ ਹੈ, ਆਰਐਸਐਸ ਦੀ ਸਾਰੀ ਜਿਹੜੀ ਢਾਂਚਾਗਤ ਪ੍ਰਣਾਲੀ ਹੈ ਉਹ ਇਸ ਤਰ੍ਹਾਂ ਚੱਲਦੀ ਹੈ ਕਿ ਸਿੱਧੇ ਤੌਰ ਤੇ ਸਿਆਸਤ ਦੇ ਵਿੱਚ ਉਹਨਾਂ ਦਾ ਕੋਈ ਦਖਲ ਨਹੀਂ ਹੁੰਦਾ ਜੀ, ਤੇ ਸਿਆਸਤ ਉਹਨਾਂ ਦੇ ਵਿਚਾਰਧਾਰਕ ਮਾਮਲਿਆਂ 'ਚ ਨਹੀਂ ਜਾਂਦੀ। ਤਾਂ ਅਲੱਗ-ਅਲੱਗ ਹੈ, ਤਾਂ ਇੱਕੋ ਰੁੱਖ ਇੱਕੋ ਹੈ ਜੀ, ਟਾਣੇ ਜਿਹੜੇ ਅਲੱਗ-ਅਲੱਗ ਆ, ਪਰੰਤੂ ਉਹਦੇ 'ਚ ਅਲੱਗ-ਅਲੱਗ ਨੇ ਚੀਜ਼ਾਂ। ਤਾਂ ਗੱਲ ਇਹ ਆ ਕਿ ਉਸੇ ਤਰ੍ਹਾਂ ਹੀ ਸ਼ਾਇਦ ਇਹ ਕਰਨ ਜਾ ਰਹੇ ਨੇ ਕਿ ਜਿਵੇਂ ਮਸਲਨ ਇੱਕ ਪਰਿਵਾਰ 'ਚ ਇੱਕ ਹੀ ਟਿਕਟ ਜਾਊਗੀ, ਚਾਹੇ ਉਹ ਪ੍ਰਧਾਨ ਜੀ ਦਾ ਪਰਿਵਾਰ ਹੋਵੇ, ਚਾਹੇ ਉਹ ਜਥੇਦਾਰ ਜੀ ਦਾ ਪਰਿਵਾਰ ਹੋਵੇ। ਦੂਜੀ ਚੀਜ਼ ਇਹ ਕਰਨ ਜਾ ਰਹੇ, ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ, ਕਿ ਜਿਹੜੇ ਵੀ ਮਤਲਬ ਕਿ ਐਸਜੀਪੀਸੀ ਵਾਲੇ ਇਲੈਕਸ਼ਨ ਲੜਦੇ ਆ ਉਹ ਪੂਰਨ ਗੁਰਸਿੱਖ ਪਰਿਵਾਰ ਹੋਣਗੇ, ਔਰ ਉਹ ਇਸ ਤੋਂ ਇਲਾਵਾ ਕੋਈ ਹੋਰ ਅਹੁਦੇਦਾਰੀ ਨਹੀਂ ਲੈਣਗੇ, ਨਾ ਹੀ ਪੋਲੀਟੀਸ਼ੀਅਨ ਕਿ ਜਾ ਕੇ ਇਸ ਟਰਸਟ ਦਾ ਵੀ ਚੇਅਰਮੈਨ ਬਣ ਗਿਆ, ਉਧਰ ਵੀ ਹੋ ਗਿਆ, ਇੱਧਰ ਵੀ ਹੋ ਗਿਆ। ਸੋ ਇਸ ਤਰ੍ਹਾਂ ਦੇ ਰਿਫਾਰਮਸ ਇਹਨਾਂ ਨੇ ਉਲੀਕੇ ਆ, ਜਦੋਂ ਐਲਾਨ ਕਰਨਗੇ ਬਾਕੀ ਪਤਾ ਲੱਗੇਗਾ। ਵੈਸੇ ਦੱਸਦੇ ਆ ਕਿ ਫਹਿਰਿਸਤ ਕਾਫੀ ਲੰਮੀ ਹੈ ਜਿਹੜੇ ਰਿਫਾਰਮਸ ਦੇ ਵਿੱਚ ਇਹਨਾਂ ਨੇ ਨੁਕਤੇ ਇਨਕਲੂਡ ਕੀਤੇ ਨੇ ਜੀ। ਸੋ ਪ੍ਰੋਪਰ ਸੈਗਮੈਂਟੇਸ਼ਨ ਕਰਨ ਜਾ ਰਹੇ ਨੇ। ਤੇ ਮਿੰਟੂ ਜੀ ਹੁਣ ਸਮਾਂ ਉਸ ਪੜਾਅ ਵੱਲ ਪਹੁੰਚ ਗਿਆ ਕਿ ਖੁਸ਼ਨੁਮਾ ਖਬਰ ਜਾਂਦੇ ਜਾਂਦੇ ਇੱਕ ਜ਼ਰੂਰ ਸੁਣਾ ਕੇ ਜਾਇਓ ਜੀ। ਹਾਂ ਜੀ ਜ਼ਰੂਰ ਜੀ। ਦੇਖੋ ਅੱਜ ਭਗਵਾਨੀ ਦੇਵੀ ਇੱਥੇ ਉਤਰੇ ਨੇ ਜਹਾਜ਼ ਤੋਂ, 94 ਸਾਲ ਏਜ ਆ ਜੀ। ਭਗਵਾਨੀ ਦੇਵੀ ਦਾ ਰਿਕਾਰਡ ਇਹ ਆ, ਹੁਣ ਤਾਂ ਤੁਸੀਂ ਗੂਗਲ ਕਰ ਲਓਗੇ, ਬਹੁਤ ਜਲਦੀ ਫੋਟੋ ਆ ਜਾਣੀ ਹੈ ਤੁਹਾਡੇ ਸਾਹਮਣੇ। ਭਗਵਾਨੀ ਦੇਵੀ ਡਾਗਰ ਨੇ ਮਾਸਟਰਸ ਖੇਡਾਂ ਜਿਹੜੀਆਂ ਹੋਈਆਂ ਨੇ ਸੰਸਾਰ ਦੀਆਂ, ਉਹਦੀ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ 100 ਮੀਟਰ ਸਪ੍ਰਿੰਟ ਦੇ ਵਿੱਚ 골ਡ ਜਿੱਤਿਆ ਜੀ, 94 ਸਾਲ ਦੀ ਏਜ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਨੇ 2 ਬ੍ਰੌਂਜ਼ ਮੈਡਲ ਹੋਰ ਜਿੱਤੇ ਨੇ 골ਡ ਦੇ ਨਾਲ। ਤਾਂ ਇਹ ਅਚੀਵਮੈਂਟ ਹੈ। 94 ਸਾਲ ਦੀ ਇੱਕ ਬਜ਼ੁਰਗ ਔਰਤ ਜਿਹੜੀ ਹੈ ਉਹ ਸਪ੍ਰਿੰਟ ਪੂਰੀ ਕਰਦੀ ਹੈ 24 ਸੈਕਿੰਡ ਦੇ ਵਿੱਚ। ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਾਈਮਿੰਗ ਵੀ ਜਿਹੜੀ ਹੈ ਨਾ ਤਵੱਜੋ ਮੰਗਦੀ ਹੈ। ਅਸੀਂ ਰਿਸ਼ਟ ਪੁਸ਼ਟ ਜਵਾਨੀ 'ਚ ਹੀ ਥੋੜੀ ਕਈ ਵਾਰ ਹਿੰਮਤ ਹਾਰ ਜਾਂਦੇ ਹਾਂ। ਸੋ ਇਹ ਇੱਕ ਮਿਸਾਲ ਹੈ ਕਿ ਇੱਕ ਤਾਂ ਇਹ ਕਿ ਆਪਣੀ ਬੋਡੀ ਤੇ ਜਦ ਤੱਕ ਸੰਸਾਰ ਦੇ ਵਿੱਚੋਂ ਕੰਮ ਕਰੋ ਜੀ, ਉਹਦੀ ਖੁਰਾਕ ਦਾ, ਉਹਦੀ ਐਕਸਰਸਾਈਜ਼ ਦਾ ਖਿਆਲ ਰੱਖੋ, ਕਿਉਂਕਿ ਇਹ ਉਹ ਘੋੜਾ ਹੈ ਜਿਹਨੇ ਸਾਰੇ ਸਫ਼ਰ ਤੈਅ ਕਰਨੇ ਆ। ਚਾਹੇ ਵਿਗਿਆਨ ਦੇ ਵਿੱਚ ਚਲੇ ਜਾਓ ਤੇ ਚਾਹੇ ਭਲਵਾਨ ਬਣ ਜਾਓ, ਕਿਤੇ ਵੀ ਜਾਓਗੇ ਤਾਂ ਇਹ ਘੋੜਾ ਨਾਲ ਹੀ ਰਹੇਗਾ। ਔਰ ਦੂਜੀ ਗੱਲ ਜਿਹੜੀ ਇਹ ਹੈ ਕਿ ਦੇਖੋ ਕਿਸੇ ਵੀ ਉਮਰ ਦੇ ਵਿੱਚ ਕੋਈ ਵੀ ਅਚੀਵਮੈਂਟ, ਕੋਈ ਵੀ ਗੋਲ ਜਿਹੜਾ ਹੈ ਉਹ ਹਾसिल ਕੀਤਾ ਜਾ ਸਕਦਾ ਹੈ, ਕੋਈ ਨਹੀਂ ਰੋਕ ਸਕਦਾ। ਉਹ ਕਹਿੰਦੇ ਹੁੰਦੇ ਪਸੀਨੇ ਕੀ ਸਹਾਈ ਸੇ ਜੋ ਲਿਖਤੇ हैं इरादों को
उसके मुकद्दर के सफ़ेद पन्ने कभी कोरे नहीं होते। क्या बात है जी। उसे गुमा है कि मेरी उड़ान कुछ कम है, मुझे यकीन है कि ये आसमान कुछ कम है, ये लोग नहीं।